ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੰਨੀ ਸੇਵਾ ਕੀਤੀ ਭਾਈ ਲਹਿਣਾ ਜੀ ਨੇ, ਜਿਹਦੀ ਤੁਲਨਾ ਕਿਸੇ ਹੋਰ ਦੇ ਨਾਲ ਕੀਤੀ ਨਹੀਂ ਜਾ ਸਕਦੀ। ਕਿਸੇ ਹੋਰ ਨੇ ਇੰਨੀ ਸੇਵਾ ਕੀਤੀ ਨਹੀਂ। ਹੁਕਮ ਮੰਨਣਾ ਅੰਤ ਕਰ ਦਿੱਤਾ। ਟੁਕ ਮਾਤਰ ਬੇਨਤੀ ਕਰਾਂ, ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਕਰਤਾਰਪੁਰ ਸਾਹਿਬ ਸੰਗਤ ਆਈ ਨਾ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਪੁੱਤਰਾਂ ਨੂੰ, ਮੁਖੀ ਸੇਵਾਦਾਰਾਂ ਨੂੰ ਕਿਹਾ ਬਈ ਆਹ ਬ੍ਰਿਸ਼ ਦੇ ਉੱਤੇ ਚੜ੍ਹ ਜਾਓ, ਰੁੱਖ ਦੇ ਉੱਤੇ ਚੜ੍ਹ ਜਾਓ, ਇਹਨੂੰ ਹਿਲਾਓ, ਇਹਦੇ ਉੱਤੋਂ ਮਠਿਆਈ ਝਾੜ ਕੇ ਸੰਗਤਾਂ ਨੂੰ ਛਕਾਓ। ਤੇ ਸਾਰੇ ਕਹਿਣ ਲੱਗ ਪਏ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ। ਰੁੱਖਾਂ ਨੂੰ ਵੀ ਕਦੇ ਮਠਿਆਈ ਲੱਗੀ? ਰੁੱਖਾਂ ਨੂੰ ਫਲ ਤਾਂ ਲੱਗਦੇ ਨੇ, ਪਰ ਰੁੱਖ ਵੀ ਕਿਹੜਾ? ਕਿੱਕਰ ਦਾ। ਪੁੱਤਰਾਂ ਨੂੰ ਕਿਆ ਕਹਿਣ ਲੱਗੇ? ਪਿਤਾ ਜੀ ਤੁਸੀਂ ਬਿਰਧ ਹੋ ਗਏ ਹੋ, ਅਣਹੋਣੀਆਂ ਜੀਆਂ ਗੱਲਾਂ ਲੱਗ ਪਏ ਕਰਨ। ਕਿੱਕਰ ਤੋਂ ਵੀ ਕਦੇ ਮਠਿਆਈ ਝੜੀ ਹੈ। ਪਰ ਜੇ ਭਾਈ ਲਹਿਣਾ ਜੀ ਨੂੰ ਹੁਕਮ ਕੀਤਾ ਤੇ ਭਾਈ ਲਹਿਣਾ ਜੀ ਨੇ ਬਿਲਕੁਲ ਇਨਕਾਰ ਨਹੀਂ ਕੀਤਾ। ਕਿੱਕਰ ਤੇ ਚੜ੍ਹਨ ਲੱਗੇ ਨੇ। ਸਾਹਿਬਜ਼ਾਦੇ ਅਤੇ ਹੋਰ ਸਿੱਖ ਕਹਿਣ ਲੱਗੇ, ਲਹਿਣਾ ਜੀ ਇਹ ਕੀ ਕਰਨ ਲੱਗੇ ਹੋ? ਜੇ ਗੁਰੂ ਜੀ ਨੇ ਕਹਿ ਹੀ ਦਿੱਤਾ ਤੇ ਤੁਸੀਂ ਕਿੱਕਰ ਤੇ ਚੜ੍ਹਨ ਲੱਗੇ, ਲੋਕ ਤੈਨੂੰ ਪਾਗਲ ਕਹਿਣਗੇ ਵੀ ਰੁੱਖਾਂ ਦੇ ਉੱਤੋਂ ਵੀ ਕਦੇ ਮਠਿਆਈ ਝੜੀ ਹੈ। ਤੇ ਭਾਈ ਲਹਿਣਾ ਜੀ ਦਾ ਜਵਾਬ ਪਤਾ ਕੀ ਸੀ? ਭਾਈ ਲਹਿਣਾ ਜੀ ਕਹਿਣ ਲੱਗੇ ਵੀ ਕਿੱਕਰ ਤੋਂ ਮਠਿਆਈ ਝੜੇ ਤੇ ਭਾਵੇਂ ਨਾ ਝੜੇ, ਮੈਂ ਤਾਂ ਆਪਣੇ ਮਾਲਕ ਦਾ ਹੁਕਮ ਮੰਨਣਾ ਹੈ। ਮੈਨੂੰ ਹੁਕਮ ਹੋਇਆ ਕਿੱਕਰ ਤੇ ਚੜ੍ਹ ਤੇ ਇਹਨੂੰ ਹਿਲਾ। ਮਠਿਆਈ ਝੜਨੀ ਚਾਹੇ ਨਾ ਝੜਨੀ, ਇਹ ਗੁਰੂ ਨਾਨਕ ਦੀ ਰਜ਼ਾ ਹੈ। ਬਸ ਮੈਂ ਤਾਂ ਹੁਕਮ ਮੰਨਣਾ ਹੈ। ਔਰ ਇਸੇ ਤਰ੍ਹਾਂ ਹੋਇਆ। ਜੇ ਚੱਲਦਿਆਂ ਹੱਥ ਦਾ ਗੜਵਾ ਗਾਰੇ 'ਚ ਸਿੱਟ ਕੇ ਕਹਿ ਦਿੱਤਾ ਵੀ ਜਾਓ ਲਿਆਓ ਕੱਢ ਕੇ, ਸਾਰੇ ਇਨਕਾਰੀ ਹੋ ਗਏ। ਤੇ ਭਾਈ ਲਹਿਣਾ ਜੀ ਗਾਰੇ ਵਿੱਚ ਜਾ ਕੇ ਲੋਟਾ ਕੱਢ ਕੇ ਲੈ ਆਏ। ਜੇ ਮੁਰਦਾ ਖਾਣ ਦੀ ਗੱਲ ਆਈ, ਪਰਖਾਂ ਬੜੀਆਂ ਹੋਈਆਂ, ਸਾਰੇ ਇਨਕਾਰੀ ਹੋ ਗਏ। ਭਾਈ ਲਹਿਣਾ ਜੀ ਮੁਰਦਾ ਖਾਣ ਵਾਸਤੇ ਸਭ ਤੋਂ ਅੱਗੇ ਹੋ ਗਏ। ਜੇ ਅੱਧੀ ਰਾਤ ਨੂੰ ਰਾਵੀ ਦੇ ਉੱਤੇ ਬਸਤਰ ਧੋਣ ਵਾਸਤੇ ਸੇਵਾਦਾਰਾਂ ਨੂੰ ਕਿਹਾ ਵੀ ਜਾਓ, ਰਾਵੀ ਤੇ ਦਿਨ ਚੜਿਆ ਹੋਇਆ, ਦੁਪਹਿਰ ਹੋਈ ਹੈ ਤੇ ਬਸਤਰ ਧੋ ਕੇ ਲਿਆਓ, ਸਾਰੇ ਹੈਰਾਨ ਹੋ ਗਏ। ਸੱਚੇ ਪਾਤਸ਼ਾਹ ਅੱਧੀ ਰਾਤ ਦਾ ਸਮਾਂ ਹੈ, ਤੁਸੀਂ ਕਹਿੰਦੇ ਹੋ ਦਿਨ ਚੜਿਆ ਹੋਇਆ। ਜਦੋਂ ਸਾਰੇ ਇਨਕਾਰੀ ਹੋ ਗਏ ਤੇ ਪਾਤਸ਼ਾਹ ਕਹਿਣ ਲੱਗੇ, ਪੁਰਖਾ ਭਾਈ ਤੂੰ ਜਾ। ਇੱਕ ਵਾਰ ਵੀ ਇਨਕਾਰ ਨਹੀਂ ਕੀਤਾ ਭਾਈ ਲਹਿਣਾ ਜੀ ਨੇ। ਬਸਤਰਾਂ ਦੀ ਪੰਡ ਬੰਨੀ, ਸਿਰ ਤੇ ਰੱਖੀ, ਰਾਵੀ ਤੇ ਚਲੇ ਗਏ। ਤੇ ਉੱਥੇ ਕੀ ਦੇਖਿਆ ਜਾ ਕੇ? ਸੱਚਮੁੱਚ ਇਉਂ ਲੱਗਿਆ ਜਿਵੇਂ ਸੂਰਜ ਸਿਰ ਦੇ ਉੱਤੇ ਹੁੰਦਾ ਹੈ। ਬਸਤਰ ਧੋਤੇ, ਸਕਾਏ, ਲੈ ਕੇ ਆਏ। ਇਹ ਸੀ ਹੁਕਮ ਮੰਨਣ ਦੀ। ਔਰ ਜਦੋਂ ਪਹਿਲੀ ਵਾਰ ਹੀ ਗਏ ਨਾ, ਜਦੋਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਆਏ ਤੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਘਰ ਭੇਜ ਦਿੱਤਾ ਵੀ ਜਾਓ ਖਡੂਰ ਸਾਹਿਬ ਆਪਣੇ ਘਰ ਹੋ ਆਓ। ਹੁਣ ਜਾਣ ਨੂੰ ਜੀ ਨਹੀਂ ਕਰਦਾ, ਪਰ ਗੱਲ ਤਾਂ ਹੁਕਮ ਮੰਨਣ ਦੀ ਹੈ ਨਾ। ਹੁਣ ਹੁਕਮ ਵੀ ਮੋੜਿਆ ਨਹੀਂ ਜਾ ਸਕਦਾ, ਜਾਣ ਨੂੰ ਜੀ ਨਹੀਂ ਕਰਦਾ। ਮਨ ਵਿੱਚ ਸੋਚਿਆ ਵੀ ਜੇ ਮੈਂ ਕਿਹਾ ਸੱਚੇ ਪਾਤਸ਼ਾਹ ਮੈਂ ਨਹੀਂ ਜਾਣਾ, ਤੇ ਕਿਤੇ ਸਤਿਗੁਰੂ ਇਹ ਨਾ ਕਹਿ ਦੇਣ ਵੀ ਸਾਲ ਲਾਇਆ ਜਾਂ 2 ਸਾਲ ਘਰ ਲਾ ਆਇਆ, ਮੈਂ ਕੀ ਜਵਾਬ ਦੇਵਾਂਗਾ? ਮੈਂ ਮੋੜ ਨਹੀਂ ਸਕਦਾ ਹੁਕਮ ਨੂੰ। ਬਸ ਇੱਕੋ ਹੀ ਗੱਲ ਕਹੀ, ਜਾ ਘਰ ਜਾ ਆਇਆ। ਬਸ ਮੱਥਾ ਟੇਕਿਆ, ਤੁਰ ਪਏ। ਆ ਗਏ ਘਰ, ਵੀ ਸਤਿਗੁਰੂ ਦਾ ਹੁਕਮ ਹੈ ਘਰ ਜਾ। ਟਾਈਮ ਨਹੀਂ ਕਿਹਾ ਹੁਣ ਮੈਂ ਜਾਣਾ ਤੇ ਘਰ ਮੁੜ ਆਵਾਂਗਾ। ਜੇ ਟਾਈਮ ਕਹਿ ਦਿੱਤਾ ਤੇ ਮੇਰੇ ਕੋਲੋਂ ਨਹੀਂ ਇੰਨਾ ਸਮਾਂ ਘਰ ਰਿਹਾ ਜਾਣਾ। ਤੇ ਘਰ ਗਏ, ਅਨਾਜ ਦੀ ਪੰਡ ਬੰਨ੍ਹ ਲਈ, ਮਣ ਪੱਕੇ ਦੀ 2 ਮਣ ਲਿਖਿਆ ਜਨਮ ਸਾਖੀ ਦੇ ਵਿੱਚ। 2 ਮਣ ਦੀ ਪੰਡ ਬੰਨ੍ਹ ਲਈ, ਨਾਲ ਲੂਣ ਲੈ ਲਿਆ। ਜਦੋਂ ਵਾਪਸ ਆਏ ਨਾ, ਇੰਨਾ ਭਾਰ ਚੁੱਕ ਕੇ ਮਾਤਾ ਜੀ ਨੂੰ ਪੁੱਛਿਆ ਗੁਰੂ ਨਾਨਕ ਦੇਵ ਮਹਾਰਾਜ ਕਿੱਥੇ ਨੇ? ਵਾਪਸ ਕਰਤਾਰਪੁਰ ਪਹੁੰਚ ਗਏ। ਇੱਕੋ ਰਾਤ ਘਰ ਦੇ ਵਿੱਚ ਰਹੇ ਭਾਈ ਲਹਿਣਾ ਜੀ।
ਤੇ ਮਾਤਾ ਜੀ ਕਹਿਣ ਲੱਗ ਪਏ ਵੀ ਸਤਿਗੁਰੂ ਤਾਂ ਖੇਤਾਂ 'ਚ ਜੋ ਹੈ ਚੌਲਾਂ ਦੀ ਫਸਲ ਹੈ, ਝੋਨੇ ਦੀ ਫਸਲ ਹੈ, ਉਹਦੇ ਵਿੱਚੋਂ ਨਦੀਨ ਕਢਾ ਰਹੇ ਨੇ। ਭਾਈ ਲਹਿਣਾ ਜੀ ਵੀ ਚੱਲ ਪਏ ਤੇ ਜਦੋਂ ਜਾ ਕੇ ਦੇਖਿਆ, ਪਾਤਸ਼ਾਹ ਕਹਿੰਦੇ ਜਾਂ ਤੂੰ ਵੀ ਕਰ ਕੰਮ, ਸੰਗਤ ਲੱਗੀ ਹੋਈ ਹੈ। ਤੇ ਭਾਈ ਲਹਿਣਾ ਜੀ ਵੀ ਚੱਲ ਪਏ ਤੇ ਕਿਉਂ ਇਹਨਾਂ ਦਾ ਵਪਾਰ ਦਾ ਕੰਮ ਸੀ, ਦੁਕਾਨ ਦਾ ਕੰਮ ਸੀ, ਇਹਨਾਂ ਨੇ ਕਦੀ ਖੇਤੀ ਤਾਂ ਕੀਤੀ ਨਹੀਂ। ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹਦੀ ਸਫਾਈ ਕਿਵੇਂ ਕਰਨੀ। ਉਹ ਵਿੱਚੇ ਹੀ ਝੋਨੇ ਦੇ ਤੇ ਵਿੱਚੇ ਹੀ ਕੱਖ ਪੱਠੇ ਦੇ ਉਹ ਸਾਰਾ ਕੁਝ ਹੀ ਸਾਫ਼ ਕਰਨ ਲੱਗ ਪਏ। ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ ਲਹਿਣਾ ਜੀ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਘਰੇ ਅਜੇ ਤੱਕ ਖੇਤੀ ਨਹੀਂ ਕੀਤੀ, ਆ ਜਾਓ। ਸੱਦ ਲਿਆ। ਉਹ ਜਿਹੜੇ ਨਦੀਨ ਜਾਂ ਉਹ ਘਾਹ ਕਹਿ ਲਈਏ ਕੱਢਿਆ ਸੀ ਨਾ, ਹੁਣ ਆਪਾਂ ਨੂੰ ਪਤਾ ਹੈ ਵੀ ਝੋਨੇ ਦੇ ਖੇਤ ਵਿੱਚ ਪਾਣੀ ਹੁੰਦਾ, ਪੱਟਿਆ ਹੋਇਆ ਘਾਹ ਨਾਲ ਗਾਰਾ ਵੀ ਆ ਜਾਂਦਾ। ਉਹ ਸਾਰੇ ਕੁਝ ਦੀ ਪੰਡ ਬੰਨ੍ਹ ਕੇ ਨਾ ਭਾਈ ਲਹਿਣਾ ਜੀ ਦੇ ਸਿਰ ਦੇ ਉੱਤੇ ਚੁਕਾ ਦਿੱਤੀ। ਹੁਣ ਉਹ ਗਿੱਲਾ, ਹੁਣ ਉਹ ਗਾਰਾ ਸਰੀਰ ਤੇ ਪੈ ਰਿਹਾ ਹੈ, ਸਾਫ ਸੁਥਰੇ ਬਸਤਰਾਂ ਤੇ ਪੈ ਰਿਹਾ, ਘਿਰਣਾ ਨਹੀਂ ਕੀਤੀ। ਔਰ ਇੱਥੇ ਅੱਜ ਵੀ ਜੇ ਆਪਾਂ ਗੁਰੂ ਘਰ ਜਾਈਏ, ਸਾਫ ਬਸਤਰ ਪਾਏ ਹੋਣ, ਜੇ ਕੋਈ ਕਹਿ ਦੇ ਭਲਿਆ ਆ ਸੇਵਾ ਕਰ, ਤੇ ਮਨੁੱਖ ਦਾ ਸਭ ਤੋਂ ਪਹਿਲਾਂ ਧਿਆਨ ਆਪਣੇ ਕੱਪੜਿਆਂ ਵੱਲ ਜਾਂਦਾ ਹੈ, ਕਿਤੇ ਮੇਰੇ ਕੱਪੜੇ ਗੰਦੇ ਨਾ ਹੋ ਜਾਣ। ਗੱਲ ਤਾਂ ਹੁਕਮ ਮੰਨਣ ਦੀ ਹੈ ਨਾ। ਤੇ ਭਾਈ ਲਹਿਣਾ ਜੀ ਨੇ ਭੋਰਾ ਵੀ ਮਨ ਵਿੱਚ ਇਹ ਵਿਚਾਰ ਨਾ ਕੀਤੀ ਮੇਰੇ ਬੜੇ ਕੀਮਤੀ ਬਸਤਰ ਨੇ ਖਰਾਬ ਹੋ ਜਾਣਗੇ। ਨਹੀਂ, ਬੜੇ ਪਿਆਰ ਨਾਲ ਆਪਣੇ ਸੀਸ ਉੱਤੇ ਪੰਡ ਚੁੱਕ ਲਈ, ਘਰ ਆਏ ਸ੍ਰੀ ਕਰਤਾਰਪੁਰ ਸਾਹਿਬ। ਪਿੱਛੇ ਪਿੱਛੇ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਆ ਗਏ। ਤੇ ਜਦੋਂ ਮਾਤਾ ਜੀ ਨੇ, ਜਗਤ ਮਾਤਾ ਸੁਲੱਖਣੀ ਜੀ ਨੇ ਦੇਖਿਆ, ਹੈਰਾਨ ਰਹਿ ਗਏ। ਕਹਿੰਦੇ ਇਸ ਪੁਰਖ ਦੇ ਤਾਂ ਬੜੇ ਕੀਮਤੀ ਬਸਤਰ ਸਨ। ਪਾਤਸ਼ਾਹ ਨੇ ਇਹਦੇ ਸੀਸ ਉੱਤੇ ਨਦੀਨਾਂ ਦੀ ਪੰਡ ਚਕਾ ਦਿੱਤੀ। ਅੱਗੇ ਹੋਏ ਨਦੀਨਾਂ ਦੀ ਪੰਡ ਉਤਾਰੀਏ, ਉਹਨੂੰ ਧੋਤਾ, ਸਾਫ਼ ਕੀਤਾ। ਗੁਰੂ ਕੇ ਜਿਹੜੇ ਪਸ਼ੂ ਸਨ ਰੱਖੇ ਹੋਏ, ਉਹਨਾਂ ਨੂੰ ਬੜੇ ਪਿਆਰ ਦੇ ਨਾਲ ਭਾਈ ਲਹਿਣਾ ਜੀ ਉਹ ਪੱਠੇ ਪਾ ਰਹੇ ਨੇ। ਗੁਰੂਦੇਵ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਹੁੰਚੇ ਨਾ, ਤੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਸਵਾਮੀ ਜੀ, ਸੱਚੇ ਪਾਤਸ਼ਾਹ ਇਹ ਪੁਰਖ ਅੱਜ ਦੂਜੀ ਵਾਰ ਆਇਆ ਏ ਤੇ ਤੁਸੀਂ ਇਹਦੇ ਸਿਰ ਦੇ ਉੱਤੇ ਗਾਰੇ ਨਾਲ ਲਿਬੜੀ ਹੋਈ ਪੰਡ ਚਕਾ ਦਿੱਤੀ। ਇਹ ਕੀ ਸਮਝਦਾ ਹੋਵੇਗਾ ਵੀ ਇੱਥੇ ਤਾਂ ਕਿਸੇ ਦਾ ਸਤਿਕਾਰ ਹੀ ਕੋਈ ਨਹੀਂ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਇਹਦੇ ਬਸਤਰਾਂ ਨੂੰ ਇਹ ਗਾਰਾ ਨਹੀਂ ਲੱਗਿਆ, ਇਹਦੇ ਬਸਤਰ ਗੰਦੇ ਨਹੀਂ ਹੋਏ, ਇਹਦੇ ਸਿਰ ਦੇ ਉੱਤੇ ਮੈਂ ਭਾਰ ਨਹੀਂ ਚੁਕਾਇਆ, ਇਹਦੇ ਜਿਹੜੇ ਬਸਤਰਾਂ ਨੂੰ ਤੂੰ ਕਹਿੰਦੀ ਹੈ ਗਾਰਾ ਲੱਗਾ ਏ, ਇਹ ਤਾਂ ਕੇਸਰ ਦੇ ਛਿੱਟੇ ਨੇ। ਜਿਹੜਾ ਤੂੰ ਕਹਿੰਦੀ ਹੈ ਇਹਦੇ ਬਸਤਰ ਗੰਦੇ ਹੋ ਗਏ ਨੇ, ਭਲੀਏ ਇਹਦੇ ਬਸਤਰ, ਇਹਦਾ ਜੀਵਨ ਹੀ ਸੁੱਚਾ ਹੋ ਗਿਆ। ਅੱਜ ਤੂੰ ਕਹਿੰਦੀ ਹੈ ਇਹਦੇ ਸਿਰ ਦੇ ਉੱਤੇ ਪੰਡ ਦਾ ਭਾਰ ਚੁਕਾਇਆ, ਭਲੀਏ ਇਹ ਪੰਡ ਦਾ ਭਾਰ ਤਾਂ ਛੋਟਾ, ਇਹਨੇ ਤੇ ਸਾਰੀ ਦੁਨੀਆ ਦਾ ਹੀ ਭਾਰ ਚੁੱਕ ਲੈਣਾ। ਸਮਾਂ ਆਇਆ ਜਦੋਂ ਸਾਰੀਆਂ ਪਰਖਾਂ ਚੋਂ ਪਾਸ ਹੋ ਗਏ, ਗੁਰਤਾ ਗੱਦੀ ਪ੍ਰਾਪਤ ਹੋ ਗਈ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ। ਦੇਖੋ ਇਹ ਤਾਂ ਹੁਕਮ ਮੰਨਣ ਦੀ ਗੱਲ ਹੈ ਨਾ। ਭਾਈ ਲਹਿਣਾ ਜੀ ਤੋਂ ਪਹਿਲਾਂ ਬੜੇ ਸਿੱਖ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸਨ, ਕੋਈ ਵੀ ਇਸ ਪਦਵੀ ਨੂੰ ਪ੍ਰਾਪਤ ਨਾ ਹੋ ਸਕਿਆ। ਕਾਰਨ ਇਹੀ ਸੀ ਕਿ ਗੁਰੂ ਨੂੰ ਸਮਝ ਹੀ ਨਾ ਸੀ ਸਕਿਆ ਕੋਈ। ਸਮਝਦੇ ਸਾਰੇ ਸਨ। ਦੇਖੋ ਭਾਈ ਬਾਲਾ ਜੀ, ਮਰਦਾਨਾ ਜੀ, ਸਾਰੇ ਹੋਰ ਬਹੁਤ ਸੰਗਤਾਂ ਦੂਰ ਦੁਰਾਡੇ ਤੋਂ ਆ ਕੇ ਮੱਥਾ ਟੇਕਦੀਆਂ, ਪਰ ਪੱਧਰ ਹੈ ਕਿਸ ਪੱਧਰ ਤੱਕ ਇਹਨੇ ਗੁਰੂ ਨਾਨਕ ਨੂੰ ਗੁਰੂ ਮੰਨਿਆ। ਤੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਨੂੰ ਗੁਰੂ ਨਹੀਂ, ਗੁਰੂ ਨਾਨਕ ਨੂੰ ਨਿਰੰਕਾਰ ਮੰਨਿਆ, ਰੱਬ ਮੰਨ ਕੇ, ਪਰਮੇਸ਼ਰ ਮੰਨ ਕੇ, ਵਾਹਿਗੁਰੂ ਮੰਨ ਕੇ ਸੇਵਾ ਕੀਤੀ। ਇਸੇ ਵਾਸਤੇ ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਆਪਣੇ ਹੀ ਸਰੂਪ ਬਣਾ ਦਿੱਤਾ। ਹੁਕਮ ਕੀਤਾ, ਲੈਣਿਆ ਹੁਣ ਤੂੰ ਖਡੂਰ ਚਲਿਆ ਜਾ, ਹੁਣ ਇੱਥੇ ਨਾ ਰਹੀ ਕਰਤਾਰਪੁਰ, ਤੇਰੇ ਨਾਲ ਇੱਥੋਂ ਦੇ ਲੋਕ ਜਿਹੜੇ ਨੇ ਉਹ ਸ਼ਰੀਕਾ ਕਰਨਗੇ।
ਨਫ਼ਰਤ ਕਰਨਗੇ, ਲੜਾਈ ਵੀ ਹੋ ਸਕਦੀ ਹੈ, ਤੇ ਤੂੰ ਖਡੂਰ ਸਾਹਿਬ ਚਲਿਆ ਜਾ। ਹੁਕਮ ਗੁਰੂ ਨਾਨਕ ਪਾਤਸ਼ਾਹ ਦਾ, ਜਦੋਂ ਕਿਰਪਾ ਹੋ ਗਈ, ਅੰਤਰ ਦੇ ਦ੍ਰਿਸ਼ਟ ਪੈਦਾ ਹੋ ਗਈ, ਗੁਰੂ ਨਾਨਕ ਦਾ ਸਰੂਪ ਹੋ ਕੇ ਸਾਰਾ ਕੁਝ ਨਜ਼ਰ ਆਉਣ ਲੱਗ ਪਿਆ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਦੂਰ ਜਾਣਾ ਬੜਾ ਔਖਾ ਸੀ। ਪਰ ਗੱਲ ਤਾਂ ਫਿਰ ਹੁਕਮ ਦੀ ਆ ਗਈ ਨਾ, ਹੁਕਮ ਹੋ ਗਿਆ। ਕਹਿਣ ਲੱਗੇ, ਸੱਚੇ ਪਾਤਸ਼ਾਹ ਮੈਂ ਤਾਂ ਇੱਕ ਛਿਨ ਤੁਹਾਡੇ ਤੋਂ ਦੂਰ ਨਹੀਂ ਜਾ ਸਕਦਾ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਤੂੰ ਅੰਗਦ ਹੋ ਗਿਆ ਏ, ਤੇ ਤੂੰ ਮੇਰੇ ਤੋਂ ਓਲੇ ਨਹੀਂ ਹੋ ਸਕਦਾ, ਤੇ ਮੈਂ ਤੇਰੇ ਤੋਂ ਓਲੇ ਨਹੀਂ ਹੋ ਸਕਦਾ। ਹਰ ਸਮੇਂ ਮੈਂ ਤੇਰੇ ਕੋਲ ਹਾਂ, ਤੈਨੂੰ ਮੈਂ ਆਪਣੇ ਤੋਂ ਦੂਰ ਕਦੇ ਨਹੀਂ ਕਰ ਸਕਦਾ, ਮੈਂ ਤਾਂ ਤੇਰੇ ਅੰਦਰ ਬੈਠਾ ਹਾਂ। ਖਡੂਰ ਸਾਹਿਬ ਚਲੇ ਜਾਓ। ਤੇ ਭਾਈ ਲਹਿਣਾ ਜੀ ਅੱਜ ਗੁਰੂ ਅੰਗਦ ਦੇਵ ਮਹਾਰਾਜ ਬਣ ਗਏ ਨੇ, ਚੱਲ ਪਏ, ਖਡੂਰ ਸਾਹਿਬ ਆ ਗਏ। ਸੰਧਿਆ ਦਾ ਸਮਾਂ ਹੋ ਗਿਆ, ਥੋੜਾ ਜਿਹਾ ਹਨੇਰਾ, ਇੰਨਾ ਕੁ ਥੋੜਾ ਹਨੇਰਾ ਹੋ ਗਿਆ ਵੀ ਦੂਰੋਂ ਕੋਈ ਕਿਸੇ ਨੂੰ ਪਹਿਚਾਣ ਨਹੀਂ ਸੀ ਸਕਦਾ। ਬਸ ਇੰਨਾ ਪਤਾ ਲੱਗਦਾ ਵੀ ਕੋਈ ਤੁਰਿਆ ਜਾਂਦਾ ਹੈ। ਹੁਣ ਪਿੰਡਾਂ ਦੇ ਵਿੱਚ ਸ਼ਾਮ ਨੂੰ ਕੋਈ ਤੁਰਿਆ ਜਾਂਦਾ, ਬਹੁਤਾ ਕੋਈ ਧਿਆਨ ਨਹੀਂ ਦਿੰਦਾ ਵੀ ਸਾਡੇ ਪਿੰਡ ਦਾ ਹੀ ਕੋਈ ਹੋਏਗਾ। ਤੇ ਭਾਈ ਕਿਸੇ ਪਿੰਡ ਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪਹਿਚਾਣਿਆ ਨਾ। ਹਨੇਰੇ ਹਨੇਰੇ ਹੀ ਗੁਰੂ ਅੰਗਦ ਦੇਵ ਮਹਾਰਾਜ ਆਪਣੀ ਭੂਆ ਬੀਬੀ ਵਰਾਈ ਦੇ ਘਰ ਪਹੁੰਚ ਗਏ। ਸਾਰਾ ਹਾਲ ਦੱਸਿਆ। ਬੀਬੀ ਵਰਾਈ ਜੀ ਬੇਸ਼ੱਕ ਤਖਤ ਮਲ ਦੀ ਬੇਟੀ ਸੀ, ਇੱਕ ਹੰਕਾਰੀ ਅਮੀਰ ਦੀ ਬੇਟੀ ਸੀ, ਪਰ ਉਹ ਹੰਕਾਰੀ ਸੀ ਤੇ ਬੀਬੀ ਵਰਾਈ ਪੂਰੀ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਗਈ ਸੀ। ਸੱਚ ਵਿੱਚ ਆਤਮਿਕ ਆਨੰਦ ਪ੍ਰਾਪਤ ਹੋ ਗਿਆ ਸੀ ਬੀਬੀ ਵਰਾਈ ਨੂੰ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਉਹਨਾਂ ਨੇ ਕੀਤੀ ਸੀ। ਸ੍ਰੀ ਜਪਜੀ ਸਾਹਿਬ ਨਤਾ ਪ੍ਰਤ ਕਰਦੇ, ਘੜੀਆਂ ਦੋ ਘੜੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਯਾਦ ਕਰਦੇ ਬਹਿ ਕੇ ਇੱਕ ਚੌਂਕੜੇ ਤੇ। ਬੜੀ ਕਿਰਪਾ। ਤੇ ਬੀਬੀ ਵਰਾਈ ਨੂੰ ਕਹਿਣ ਲੱਗੇ, ਭੂਆ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਹੁਕਮ ਕੀਤਾ ਹੈ ਕਿ ਤੁਸੀਂ ਆਪਣੇ ਪਿੰਡ ਖਡੂਰ ਚਲੇ ਜਾਓ ਤੇ ਕਿਰਪਾ ਕਰੋ, ਮੈਨੂੰ ਇੱਕ ਕਮਰਾ ਦੇ ਦਿਓ, ਕੋਈ ਐਸਾ ਸਥਾਨ ਦੇ ਦਿਓ ਜਿੱਥੇ ਮੇਰੇ ਕੋਲ ਕੋਈ ਨਾ ਆਵੇ, ਮੈਂ ਗੁਪਤ ਰਵਾਂ, ਮੈਂ ਗੁਪਤ ਰਹਿਣਾ ਚਾਹੁੰਦਾ ਹਾਂ। ਤੇ ਬੀਬੀ ਵਰਾਈ ਨੇ ਇੱਕ ਨਵੇਕਲਾ ਜਿਹਾ ਕਮਰਾ, ਛੋਟਾ ਜਿਹਾ ਕਮਰਾ, ਕਹਿਣ ਲੱਗੀ ਬਸ ਇਹੀ ਕਮਰਾ ਹੈ ਜਿੱਥੇ ਕੋਈ ਆ ਨਹੀਂ ਸਕਦਾ, ਜਿੱਥੇ ਕੋਈ ਆ ਨਹੀਂ ਸਕਦਾ ਇਹੀ ਕਮਰਾ ਹੈ, ਇਹਦੇ ਵਿੱਚ ਬੈਠ ਜਾਓ। ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਕਮਰੇ ਵਿੱਚ ਬੈਠ ਗਏ। ਉਹ ਕਮਰਾ ਬਾਹਰੋਂ ਬੀਬੀ ਵਰਾਈ ਜੀ ਨੇ ਬੰਦ ਕਰ ਦਿੱਤਾ ਤੇ ਕਿਸੇ ਨੂੰ ਕੁਛ ਵੀ ਨਾ ਦੱਸਿਆ। ਹੁਣ ਇੱਧਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਆਪਾਂ ਸੁਣਿਆ ਵੀ ਉਹ ਸੱਚਖੰਡ ਨੂੰ ਚਲੇ ਗਏ। ਹੁਣ ਜਿੰਨੀਆਂ ਵੀ ਸੰਗਤਾਂ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਂਦੀਆਂ ਨੇ ਨਾ, ਹੁਣ ਗੁਰੂ ਸਾਹਿਬ ਦੇ ਤਾਂ ਦਰਸ਼ਨ ਨਹੀਂ ਹੁੰਦੇ। ਸਤਿਗੁਰੂ ਨੇ ਕਿਰਪਾ ਅੱਗੇ ਕਿਵੇਂ ਕੀਤੀ ਹੈ, ਕਿਹਦੇ ਚਰਨਾਂ ਦੇ ਨਾਲ ਜੋੜ ਕੇ ਗਏ ਨੇ। ਹੁਣ ਇੱਥੇ ਬਾਬਾ ਬੁੱਢਾ ਜੀ ਤੇ ਹੋਰ ਬੜੇ ਗੁਰੂ ਪਾਤਸ਼ਾਹ ਜੀ ਦੇ ਹਜ਼ੂਰੀ ਸਿੱਖ ਸਨ ਜਿਹੜੇ, ਉਹਨਾਂ ਸਾਰਿਆਂ ਨੂੰ ਜਦੋਂ ਪੁੱਛਿਆ, ਸਾਰੇ ਕਹਿਣ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਿੱਖ ਭਾਈ ਲਹਿਣੇ ਨੂੰ ਗੁਰਤਾ ਗੱਦੀ ਦੇ ਕੇ ਅੰਗਦ ਬਣਾ ਦਿੱਤਾ ਏ। ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਤਾਂ ਪਤਾ ਹੀ ਨਹੀਂ ਕਿੱਧਰ ਗਏ, ਪਤਾ ਹੀ ਨਹੀਂ ਲੱਗ ਰਿਹਾ। ਨਾ ਤਾਂ ਮਾਝੇ ਦੀ ਧਰਤੀ ਵਿੱਚ ਕਿਸੇ ਨੂੰ ਪਤਾ ਹੈ, ਨਾ ਲਾਹੌਰ ਜਾਂ ਹੋਰ ਅੱਗੇ ਤੱਕ ਜਿੱਥੋਂ ਤੱਕ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਿੱਖ ਰਹਿੰਦੇ ਸਨ, ਸਾਰੇ ਆਪੋ ਆਪਣੇ ਅਵਸਥਾ ਅਨੁਸਾਰ ਤਲਾਸ਼ ਕਰ ਰਹੇ ਨੇ, ਪਰ ਕਿਸੇ ਨੂੰ ਪਤਾ ਨਹੀਂ ਕਿ ਗੁਰੂ ਅੰਗਦ ਦੇਵ ਮਹਾਰਾਜ ਕਿੱਥੇ। ਬੜਾ ਸਮਾਂ ਬੀਤ ਗਿਆ, ਵਿਆਕੁਲ ਹੋ ਗਏ। ਆਖਰ ਵਿਚਾਰ ਕੀਤੀ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਕਿਰਪਾ ਬਾਬਾ ਬੁੱਢਾ ਜੀ ਦੇ ਉੱਤੇ।
ਬਾਬਾ ਬੁੱਢਾ ਜੀ ਨੂੰ ਬੇਨਤੀ ਕਰੀਏ ਤਾਂ ਕਿ ਜਿਹੜੀਆਂ ਸੰਗਤਾਂ ਆਉਂਦੀਆਂ ਨੇ, ਦਰਸ਼ਨਾਂ ਦੀ ਬੜੀ ਤਾਂਘ ਹੈ, ਬੜੀ ਭੁੱਖ ਹੈ, ਉਹਨਾਂ ਸੰਗਤਾਂ ਨੂੰ ਦਰਸ਼ਨ ਹੋ ਸਕਣ, ਪਤਾ ਲੱਗ ਜਾਏ। ਕਿਉਂਕਿ ਜਦੋਂ ਘਰ ਦਾ ਮੁਖੀ ਘਰ ਨਾ ਹੋਵੇ ਤੇ ਘਰ ਨੂੰ ਸੰਭਾਲਣਾ ਬੜਾ ਔਖਾ ਹੋ ਜਾਂਦਾ ਹੈ। ਹੁਣ ਮੁਖੀ ਗੁਰੂ ਅੰਗਦ ਦੇਵ ਮਹਾਰਾਜ, ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪਤਾ ਕੋਈ ਨਹੀਂ, ਤੇ ਬਾਬਾ ਬੁੱਢਾ ਜੀ ਨੂੰ ਸਾਰਿਆਂ ਨੇ ਬੇਨਤੀ ਕੀਤੀ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਜਿਹੜੇ ਹੋਰ ਮੁਖੀ ਹਜ਼ੂਰੀ ਸੇਵਾਦਾਰ ਸਨ ਗੁਰੂ ਪਾਤਸ਼ਾਹ ਜੀ ਦੇ, ਨਾਲ ਲਿਆ, ਚੱਲ ਪਏ। ਜਦੋਂ ਵੀ ਜਿਹੜਾ ਵੀ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਕਰਦੇ, ਜ਼ਿਆਦਾਤਰ ਬਾਬਾ ਬੁੱਢਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਨਮੁਖ ਰਹਿੰਦੇ ਤੇ ਉਹਨਾਂ ਨੂੰ ਪਤਾ ਹੁੰਦਾ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਹੁਕਮ ਕੀਤਾ ਸੀ ਨਾ ਵੀ ਤੁਸੀਂ ਖਡੂਰ ਸਾਹਿਬ ਚਲੇ ਜਾਓ, ਤੇ ਬਾਬਾ ਬੁੱਢਾ ਜੀ ਨੂੰ ਪਤਾ ਸੀ। ਤੇ ਕਿਤੇ ਦੇ ਵੀ ਲਿਖਿਆ, ਅਧਿਆਤਮਕਤਾ ਦੀ ਅਵਸਥਾ ਇੰਨੀ ਉੱਚੀ ਹੋ ਗਈ ਸੀ ਬਾਬਾ ਬੁੱਢਾ ਜੀ ਦੀ, ਉਹਨਾਂ ਤੋਂ ਕੋਈ ਚੀਜ਼ ਵੀ ਲੁਕੀ ਨਹੀਂ ਸੀ। ਦੋਨੋਂ ਹੀ ਗੱਲਾਂ ਨੇ। ਚੱਲ ਪਏ ਖਡੂਰ ਸਾਹਿਬ। ਹੁਣ ਖਡੂਰ ਸਾਹਿਬ ਆ ਕੇ ਵੀ ਪਤਾ ਨਾ ਲੱਗੇ ਵੀ ਕਿੱਥੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੂਸਰੇ ਸਰੂਪ ਗੁਰੂ ਅੰਗਦ ਦੇਵ ਮਹਾਰਾਜ, ਪਤਾ ਹੀ ਨਾ ਲੱਗੇ। ਆਖਰ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਨਮੁਖ ਜਾਣ ਕੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਸੰਗਤਾਂ ਬੜੀਆਂ ਵਿਆਕੁਲ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪਤਾ ਨਹੀਂ ਲੱਗਦਾ। ਅਰਦਾਸ ਕੀਤੀ ਬਾਬਾ ਬੁੱਢਾ ਜੀ ਨੇ। ਜਦੋਂ ਅਰਦਾਸ ਕੀਤੀ ਤੇ ਬਾਬਾ ਜੀ ਨੂੰ ਮਹਿਸੂਸ ਹੋਇਆ ਕਿ ਗੁਰੂ ਅੰਗਦ ਦੇਵ ਮਹਾਰਾਜ